ਜੀ ਡਾਕਟਰ ਸਾਹਿਬ, ਅੱਜ ਤੁਸੀਂ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅੱਜ ਜਿਹੜੇ ਫੈਡਰਲ ਜੌਬ ਕਰਦੇ ਨੇ ਉਹ ਸਾਰੇ ਆਪੋ ਆਪਣੇ ਘਰਾਂ 'ਚ ਬੜੇ ਆਰਾਮ ਨਾਲ ਛੁੱਟੀ ਮਨਾ ਰਹੇ ਨੇ ਔਰ ਜੀ ਯਾਦ ਕਰ ਰਹੇ ਨੇ ਮਾਰਟਨ ਲੂਥਰ ਕਿੰਗ ਨੂੰ, ਯਾਦ ਕਰ ਰਹੇ ਨੇ ਕਿ ਨਹੀਂ ਕਰ ਰਹੇ ਪਰ ਛੁੱਟੀ ਜ਼ਰੂਰ ਮਨਾ ਰਹੇ ਨੇ। ਔਰ ਕੁਝ ਸ਼ਹਿਰਾਂ ਦੇ ਵਿੱਚ, ਖਾਸ ਤੌਰ ਤੇ ਵਾਸ਼ਿੰਗਟਨ 'ਚ ਵੀ ਮਾਰਟਨ ਲੂਥਰ ਕਿੰਗ ਦੀ ਯਾਦ ਦੇ ਵਿੱਚ ਪੈਰੇਡ ਵੀ ਹੋਈ ਹੈ ਅੱਜ ਵੀ। ਔਰ ਮੈਂ ਸਮਝਦਾ ਵੀ ਅਸੀਂ ਜਦੋਂ ਓਪਰੈਸਡ ਜਾਂ ਜਿਹੜੇ ਦਬੇ ਹੋਏ ਲਤਾੜੇ ਹੋਏ ਲੋਕ ਉਹਨਾਂ ਦੇ ਸੰਘਰਸ਼ ਨੂੰ ਦੇਖਦੇ ਤਾਂ ਫਿਰ ਸਾਡੇ ਲਈ ਇਹ ਹੋਰ ਵੀ ਅਹਿਮ ਹੋ ਜਾਂਦਾ ਹੈ ਵੀ ਅਸੀਂ ਉਹਨਾਂ ਸ਼ਖਸੀਅਤਾਂ ਨੂੰ, ਉਹਨਾਂ ਪਲਾਂ ਨੂੰ, ਉਹਨਾਂ ਮੂਵਮੈਂਟਸ ਨੂੰ ਰੈਕਗਨਾਈਜ਼ ਹੀ ਨਾ ਕਰੀਏ, ਇੱਕ ਪ੍ਰੇਰਨਾ ਦੇ ਤੌਰ ਦੇ ਉੱਤੇ ਲਈਏ ਜਿਨ੍ਹਾਂ ਨੇ ਕਿਸ ਕਿਸਮ ਦੇ ਔਡਸ, ਮੁਸ਼ਕਲਾਂ ਦੇ ਸਾਹਮਣੇ ਟਾਕਰਾ ਕੀਤਾ ਔਰ ਉਸ ਚੋਂ ਉਹਨਾਂ ਨੇ ਆਪਣਾ ਰਸਤਾ ਬਣਾਇਆ, ਆਪਣੀਆਂ ਕੌਮਾਂ ਨੂੰ ਜਿਹੜਾ ਹੈ ਉਹਨਾਂ ਨੇ ਉਸ ਚੋਂ ਕੱਢਿਆ ਮੁਸ਼ਕਲਾਂ ਚੋਂ। ਅੱਜ ਵੀ ਦੁਨੀਆ ਦੇ ਵਿੱਚ ਜਦੋਂ ਇਹ ਜ਼ਿਕਰ ਹੁੰਦਾ ਹੈ ਕਿ ਕਿਹੜੀਆਂ ਸਪੀਚਸ ਜਾਂ ਕਿਹੜੇ ਭਾਸ਼ਣ ਕਲਾਸਿਕ ਨੇ, ਆਲ ਟਾਈਮ ਜਿਹੜੀ ਬੈਸਟ ਔਰੇਟਰੀ ਹਿਸਟਰੀ ਦੀ ਹੈ, ਤੇ ਮਾਰਟਨ ਲੂਥਰ ਕਿੰਗ ਵੱਲੋਂ 28 ਅਗਸਤ 1963 ਨੂੰ ਜਦੋਂ ਕਿ ਉਸ ਨੇ ਇੱਥੇ ਵਾਸ਼ਿੰਗਟਨ ਮਾਲ ਦੇ ਵਿੱਚ ਲਿੰਕਨ ਮੈਮੋਰੀਅਲ ਰਾਹੀਂ ਜਿਹੜਾ ਉੱਥੋਂ ਮਾਰਚ ਕੀਤਾ ਔਰ ਉੱਥੇ ਲਿੰਕਨ ਦੇ ਮੈਮੋਰੀਅਲ ਦੇ ਉਸ ਫੁੱਟ ਸਟੈਪਸ ਤੇ ਖਲੋ ਕੇ ਮਾਰਟਨ ਲੂਥਰ ਕਿੰਗ ਦੀ ਸਪੀਚ ਆਈ ਹੈਵ ਅ ਡ੍ਰੀਮ, ਕਿ ਮੇਰਾ ਸੁਪਨਾ। ਹੁਣ ਇਹ ਉਹ ਸਮਾਂ ਸੀ ਜਦੋਂ ਅਜੇ ਅਮਰੀਕਾ 'ਚ ਬੇਸ਼ੱਕ ਬਹੁਤ ਸਾਰੇ, ਸਾਨੂੰ ਵੀ ਜਦੋਂ ਤੱਕ ਅਸੀਂ ਅਮਰੀਕਾ 'ਚ ਆ ਕੇ ਇਹਨਾਂ ਦੀ ਹਿਸਟਰੀ ਨੂੰ ਮਾਈਨਿਊਟਲੀ ਨਹੀਂ ਦੇਖਿਆ, ਲੱਗਦਾ ਸੀ ਕਿ ਬਈ ਸਿਵਲ ਵਾਰ ਅਮਰੀਕਾ 'ਚ ਹੋਈ ਸੀ ਸਲੇਵਰੀ ਦੇ ਮੁੱਦੇ ਤੇ ਜੀ, ਔਰ ਉਸ ਤੋਂ ਬਾਅਦ ਪ੍ਰੋਕਲੇਮੇਸ਼ਨ ਹੋਈ, ਸਲੇਵਰੀ ਖਤਮ ਕਰ ਦਿੱਤੀ ਅਬਰਾਹਮ ਲਿੰਕਨ ਨੇ, ਭਾਵੇਂ ਉਸ ਦੀ ਅਸੈਸੀਨੇਸ਼ਨ ਹੋਈ ਤੇ ਇੱਥੇ ਰੇਸ਼ੀਅਲ ਬਰਾਬਰੀ ਹੋ ਗਈ ਜਾਂ ਨਸਲਵਾਦ ਦਾ ਜਿਹੜਾ ਸੀ ਆਪਸੀ ਵਿਤਕਰਾ ਖਤਮ ਹੋ ਗਿਆ। ਲੇਕਿਨ ਇਹ ਗੱਲ ਠੀਕ ਨਹੀਂ ਸੀ ਔਰ ਇਹ ਹੈਰਾਨੀ ਦੀ ਗੱਲ ਹੈ ਕਿ ਭਾਵੇਂ ਸੈਕੰਡ ਵਰਲਡ ਵਾਰ ਵੀ ਹੋਇਆ, ਕਾਲੇ ਉਹਦੇ 'ਚ ਲੜੇ ਵੀ, ਉਹਨਾਂ ਦੀ ਭਾਵੇਂ ਘੱਟ ਤਨਖਾਹਾਂ ਸਨ, ਯੂਨਾਈਟਿਡ ਨੇਸ਼ਨਸ ਦਾ ਚਾਰਟਰ ਵੀ 1948 'ਚ ਬਣ ਗਿਆ, ਪਰ 1960 ਤੱਕ ਪਹੁੰਚਦਿਆਂ ਵੀ ਅਮਰੀਕਾ ਦੇ ਵਿੱਚ ਇਸ ਕਿਸਮ ਦੇ ਕਾਨੂੰਨ ਸਨ ਜਿੱਥੇ ਕਾਲਿਆਂ ਦੇ ਬੱਚੇ ਜਾਂ ਕਲਰਡ ਪੀਪਲ ਜਿਹਨਾਂ ਨੂੰ ਕਿਹਾ ਜਾਂਦਾ ਸੀ, ਜਾਂ ਨੀਗਰੋ ਜਿਹਨਾਂ ਦੇ ਸ਼ਬਦ ਸੀ, ਉਹ ਗੋਰਿਆਂ ਦੇ ਨਾਲ ਉਹਨਾਂ ਸਕੂਲਾਂ 'ਚ ਨਹੀਂ ਸੀ ਬਹਿ ਸਕਦੇ, ਇੱਕੋ ਮੁਹੱਲੇ 'ਚ ਘਰ ਨਹੀਂ ਸੀ ਖਰੀਦ ਸਕਦੇ, ਰੈਸਟੋਰੈਂਟਾਂ ਦੇ ਵਿੱਚੋਂ ਨਹੀਂ ਸੀ ਵੜ ਸਕਦੇ, ਉਹਨਾਂ ਲਈ ਅੱਡ ਥਾਵਾਂ ਸਨ। ਬੱਸਾਂ ਦੇ ਵਿੱਚ ਜਿੱਥੇ ਟਰੈਵਲ ਕਰਦੇ ਸੀ ਗੋਰੇ ਕਾਲੇ ਸਾਰੇ, ਉਹਨਾਂ ਲਈ ਪਿੱਛੇ ਜਿਹੜੀਆਂ ਨੇ ਸੀਟਾਂ 2-3 ਰੱਖੀਆਂ ਹੁੰਦੀਆਂ ਸੀ, ਉਹ ਵੀ ਇੱਕ ਕਿਸਮ ਦੀ ਸ਼ਰਤ ਹੁੰਦੀ ਸੀ ਕਿ ਜੇ ਗੋਰਾ ਆ ਜਾਏ ਤੇ ਉਹਨਾਂ ਨੂੰ, ਕਾਲੇ ਨੂੰ ਉੱਠਣਾ ਪੈਂਦਾ ਸੀ। ਔਰ ਰੋਜ਼ਾ ਪਾਰਕ ਜਿਹੜੀ ਬੀਬੀ ਨੇ ਸਭ ਤੋਂ ਪਹਿਲਾਂ ਚੈਲੰਜ ਕਰਕੇ ਇਸ ਮੂਵਮੈਂਟ ਨੂੰ ਰਾਦਰ ਟ੍ਰਿਗਰ ਕੀਤਾ ਹੈ, ਉਸ ਦੀ ਹਿਸਟਰੀ ਇੱਥੇ ਆ ਕੇ ਤੁਹਾਨੂੰ ਪਤਾ ਲੱਗਦੀ ਹੈ। ਔਰ ਇਸ ਤੋਂ ਇਲਾਵਾ ਵੋਟਿੰਗ, ਅੱਜ US ਕਾਂਗਰਸ ਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ ਤੇ 35 ਤੋਂ 40 ਦੇ ਵਿਚਕਾਰ ਕਾਲੇ ਜਾਂ ਅਫਰੀਕਨ ਅਮਰੀਕਨਸ ਜਿਹਨਾਂ ਲਈ ਟਰਮ ਵਰਤੀ ਜਾਂਦੀ ਹੈ, ਕਾਂਗਰਸਮੈਨ ਬਣਦੇ ਨੇ। ਇਹ ਉਹ ਸਮਾਂ ਸੀ ਕਿ ਕਾਲਿਆਂ ਨੂੰ ਈਵਨ ਵੋਟਰ ਦੇ ਤੌਰ ਤੇ ਰਜਿਸਟਰ ਨਹੀਂ ਸੀ ਹੋਣ ਦਿੱਤਾ ਜਾਂਦਾ। ਸਟੇਟਾਂ ਨੇ ਇਦਾਂ ਦੇ ਕਾਨੂੰਨ ਬਣਾਏ ਹੋਏ ਸੀ ਕਿ ਭਾਈ ਜੇ ਕਿਸੇ ਤੇ ਵੀ ਕੋਈ ਚਾਰਜ ਲੱਗੇ ਤੇ ਉਹ ਮੋਸਟਲੀ ਕਾਲਿਆਂ ਤੇ ਹੀ ਲਾਏ ਜਾਂਦੇ ਸੀ ਜਾਂ ਉਹ ਜੇਲ੍ਹਾਂ 'ਚ ਹੁੰਦੇ ਸੀ, ਉਹਨਾਂ ਕੋਲ VOTING ਹੱਕ ਨਹੀਂ ਸੀ। ਔਰ ਹੋਰ ਵੀ ਬਹੁਤ ਸਾਰੀਆਂ ਐਸੀਆਂ ਪਾਬੰਦੀਆਂ ਔਰ ਉਹਨਾਂ ਦਾ ਮਾਫੀਆ, ਉਹ ਕੂਕਲੈਕਸ ਕਲੈਨ ਹੋਏ ਜਾਂ ਦੂਸਰੇ ਰੇਸਿਸਟ ਹੋਣ, ਜਿਹੜੇ ਇਹਨਾਂ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੇ। ਸੋ ਮੈਂ ਇਹ ਪਿਛੋਕੜ ਇਸ ਲਈ ਦਿੱਤਾ ਹੈ ਕਿ ਮਾਰਟਨ ਲੂਥਰ ਕਿੰਗ ਜਦੋਂ ਅਸੀਂ ਇਸ ਮੁਲਕ ਦੇ ਵਿੱਚ ਆਏ ਹਾਂ, ਅੱਜ ਅਸੀਂ 7-8 ਲੱਖ ਦੇ ਕਰੀਬ ਸਿੱਖ ਵਸਦੇ ਨੇ, ਤੇ ਅਸੀਂ ਜੇ ਅਮਰੀਕਾ ਦੇ ਵਿੱਚ ਆ ਸਕੇ, ਅਸੀਂ ਜਾਂ ਹੋਰ ਵੀ ਜਿਹੜੇ ਮਿਲੀਅਨਸ ਆਫ ਇਮੀਗ੍ਰੈਂਟਸ 1960 ਤੋਂ ਬਾਅਦ, ਤੇ ਇਸ ਵਿੱਚ ਵੀ ਬਹੁਤ ਵੱਡੀ ਦੇਣ ਜਿਹੜੀ ਹੈ ਇਸ ਸਿਵਲ ਲਿਬਰਟੀ ਮੂਵਮੈਂਟ ਜਾਂ ਮਾਰਟਨ ਲੂਥਰ ਕਿੰਗ, ਮੈਲਕਮ ਐਕਸ ਦੀ ਹੀ ਹੈ, ਜਿਨ੍ਹਾਂ ਨੇ ਜਦੋਂ ਇਹ ਸਿਵਲ ਲਿਬਰਟੀ ਮੂਵਮੈਂਟ ਸ਼ੁਰੂ ਕੀਤੀ, ਜਿੱਥੇ ਕਾਲਿਆਂ ਦੇ ਖਿਲਾਫ ਜਿਹੜੇ ਕਾਨੂੰਨ ਸੀ ਟੁੱਟੇ, ਸੈਗਰੀਗੇਸ਼ਨ ਟੁੱਟੀ, ਉੱਥੇ ਇਮੀਗ੍ਰੇਸ਼ਨ ਦੇ ਲਈ ਵੀ ਦਰਵਾਜ਼ੇ ਖੁੱਲੇ। ਨਹੀਂ ਤਾਂ 20ਵੀਂ ਸਦੀ ਦੇ ਸ਼ੁਰੂ ਤੋਂ ਲੈ ਕੇ ਔਰ ਇਸ ਸਮੇਂ ਤੱਕ ਅਸੀਂ ਦੇਖਦੇ ਹਾਂ ਕਿ ਕਿੰਨੇ ਕੁ ਲੋਕ ਭਾਰਤ ਤੋਂ ਇੱਥੇ ਆਏ। ਹਾਲਾਂਕਿ ਪਹਿਲਾਂ ਜੇ 8000 ਦੇ ਕਰੀਬ ਸਿੱਖ ਆਏ ਸਨ 1910ਵੇਂ, ਤੇ ਉਹਨਾਂ ਚੋਂ 7000 ਜਿਹੜੇ ਨੇ ਉਹ ਗਦਰ ਮਚਾਉਣ ਲਈ ਵਾਪਸ ਚਲੇ ਗਏ। ਸੋ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਹਾਂ ਵੀ ਸਾਡੇ ਲਈ, ਸਿੱਖ ਕੌਮ ਦੇ ਲਈ ਵੀ, ਔਰ ਜਿਹੜੇ ਇੱਥੇ ਦੂਸਰੇ ਇਮੀਗ੍ਰੈਂਟ ਨੇ, ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਇਸ ਦਿਨ ਨੂੰ ਰੈਕਗਨਾਈਜ਼ ਕਰੀਏ
ਮੈਂ ਥੋੜੀ ਬਰੀਫ ਉਹਨਾਂ ਦੀ ਲਾਈਫ ਔਰ ਫਿਰ ਮੇਰੀ ਇਹ ਚਾਹਨਾ ਹੈ ਕਿ ਮੈਂ ਕੁਝ ਕੋਟਸ ਜਿਹੜੀਆਂ ਮਾਰਟਨ ਲੂਥਰ ਕਿੰਗ ਦੀਆਂ ਨੇ ਜਿਨ੍ਹਾਂ ਨੇ ਸਾਨੂੰ ਵੀ ਇਨਸਪਾਇਰ ਕੀਤਾ ਹੈ ਹਮੇਸ਼ਾ। ਮੈਂ ਅਕਸਰ ਆਪਣੀਆਂ ਸਪੀਚਸ ਦੇ ਵਿੱਚ ਮਾਰਟਨ ਲੂਥਰ ਕਿੰਗ ਦੀ ਇੱਕ ਸਪੀਚ ਦਾ ਇੱਕ ਕੋਟ ਜਿਹੜਾ ਅਕਸਰ ਕੋਟ ਕਰਦੇ ਇਨਜਸਟਿਸ ਐਨੀਵੇਅਰ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ, ਕਿ ਦੁਨੀਆ 'ਚ ਜਿੱਥੇ ਵੀ ਕਿਤੇ ਵੀ ਅਨਿਆਂ ਹੁੰਦਾ ਇਸ ਦਾ ਮਤਲਬ ਹੈ ਕਿ ਦੁਨੀਆ 'ਚ ਹਰ ਥਾਂ ਤੇ ਇਨਸਾਫ ਨੂੰ ਚੈਲੰਜ ਹੁੰਦਾ ਹੈ। ਸੋ ਇਨਜਸਟਿਸ ਐਨੀਵੇਅਰ, ਕਿਸੇ ਪਾਸੇ ਵੀ ਅਨਿਆਂ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ, ਇਹ ਨਿਆਂ ਨੂੰ ਹਰ ਤਰਫ ਜਿਹੜਾ ਇਹ ਇੱਕ ਧਮਕੀ ਹੈ ਜਾਂ ਨਿਆਂ ਨੂੰ ਖਤਰੇ 'ਚ ਪਾ ਦਿੰਦੇ। ਸੋ ਮਾਰਟਨ ਲੂਥਰ ਕਿੰਗ ਉਹਨਾਂ ਦਾ ਜਿਹੜਾ ਬਰਥ ਹੈ ਉਹ 15 ਜਨਵਰੀ 1929 ਨੂੰ ਹੁੰਦਾ ਔਰ 4 ਅਪ੍ਰੈਲ 1968 ਨੂੰ 39 ਸਾਲ ਦੀ ਉਮਰ 'ਚ ਉਹਨਾਂ ਨੂੰ ਜਿਹੜਾ ਮੈਂਫਿਸ ਟੈਨੈਸੀ ਸਟੇਟ ਦੇ ਵਿੱਚ ਗੋਲੀ ਦੇ ਨਾਲ ਮਾਰ ਦਿੱਤਾ ਜਾਂਦਾ ਹੈ। ਸੋ ਇਹ ਛੋਟੀ ਜਿਹੀ ਜ਼ਿੰਦਗੀ 39 ਸਾਲ ਦੀ ਜਿਹਦੇ 'ਚ ਉਹਨਾਂ ਨੇ ਉਹ ਕੁਝ ਕਰ ਦਿਖਾਇਆ। ਔਰ ਮਾਰਟਨ ਲੂਥਰ ਕਿੰਗ ਇਹ ਨਹੀਂ ਹੈ ਕਿ ਕੋਈ ਸਧਾਰਨ ਅਨਪੜ੍ਹ ਇਨਸਾਨ ਸਨ। ਉਹਨਾਂ ਨੇ ਬੋਸਟਨ ਯੂਨੀਵਰਸਿਟੀ ਤੋਂ ਜਿਹੜੀ ਹੈ PhD ਕੀਤੀ ਔਰ ਬੇਸ਼ੱਕ ਉਹ ਇੱਕ ਬੇਸਿਕਲੀ ਕ੍ਰਿਸਚੀਅਨ ਪ੍ਰੀਚਰ ਸਨ। ਔਰ ਉਹਨਾਂ ਨੇ ਜਦੋਂ ਸਿਵਲ ਲਿਬਰਟੀ ਮੂਵਮੈਂਟ ਵੀ ਸ਼ੁਰੂ ਕੀਤੀ ਜਾਂ ਹੋਰ ਉਹਨਾਂ ਦੀ ਐਕਟੀਵਿਟੀ ਸੀ, ਉਹਨਾਂ ਦਾ ਹਮੇਸ਼ਾ ਇਹ ਕਹਿਣਾ ਸੀ ਕਿ ਮੈਂ ਇੱਕ ਪ੍ਰੀਚਰ ਹੈ, ਪ੍ਰੀਚਰ ਹੀ ਰਹਾਂਗਾ ਔਰ ਮੈਂ ਜ਼ਿੰਦਗੀ 'ਚ ਕੋਈ ਅਹੁਦਾ ਨਹੀਂ ਲਵਾਂਗਾ। ਲੇਕਿਨ ਜਿਸ ਲੈਵਲ ਦੇ ਉੱਤੇ ਜਾ ਕੇ ਉਹਨਾਂ ਨੇ ਕੰਮ ਕੀਤਾ ਹੈ, ਉਹਨਾਂ ਨੇ ਅਮਰੀਕਨਾਂ ਦੀ ਕੌਨਸ਼ੀਅਸਨੈਸ ਨੂੰ ਤਾਂ ਝੰਜੋੜਿਆ ਹੀ ਝੰਜੋੜਿਆ। ਦੁਨੀਆ ਭਰ ਦੇ ਵਿੱਚ ਮਾਰਟਨ ਲੂਥਰ ਕਿੰਗ ਇੱਕ ਉਸ ਆਵਾਜ਼ ਦੇ ਤੌਰ ਦੇ ਉੱਤੇ ਉੱਭਰੇ ਕਿ ਜਿਸ ਨੂੰ ਇਵੈਂਚੁਅਲੀ ਜਦੋਂ ਕਿ ਇਹ ਉਹਨਾਂ ਦੀ ਜਿਸ ਸਪੀਚ ਦਾ ਮੈਂ ਜ਼ਿਕਰ ਕੀਤਾ 28 ਅਗਸਤ 1963 ਨੂੰ ਹੁੰਦੀ ਹੈ, ਉਹਨਾਂ ਨੂੰ 1964 ਦੇ ਵਿੱਚ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਸੀ। ਔਰ ਇਸ ਤੋਂ ਇਲਾਵਾ ਮਰਨ ਤੋਂ ਬਾਅਦ ਦੋ ਜਿਹੜੇ ਬੜੇ ਵੱਡੇ ਮੈਡਲ ਅਮਰੀਕਾ 'ਚ ਮੰਨੇ ਜਾਂਦੇ ਨੇ, ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀडम ਇਹ 1977 ਦੇ ਵਿੱਚ ਔਰ ਕਾਂਗਰੈਸ਼ਨਲ 골ਡ ਮੈਡਲ 2004 ਦੇ ਵਿੱਚ ਮਿਲਿਆ। ਔਰ ਇਹ ਇੱਕ ਜਦੋਂ ਪ੍ਰੈਜ਼ੀਡੈਂਟ ਓਬਾਮਾ ਨੇ ਆਪਣੀ ਇਨੌਗਰਲ ਸਪੀਚ ਦਿੱਤੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ 45 ਸਾਲ ਪਹਿਲਾਂ ਮਾਰਟਨ ਲੂਥਰ ਕਿੰਗ ਔਰ ਦੂਸਰੇ ਰਿਲੀਜੀਅਸ ਲੇਬਰ ਔਰ ਬਾਕੀ ਧਰਮਾਂ ਦੇ ਲੀਡਰ ਵਾਸ਼ਿੰਗਟਨ 'ਚ ਲਿੰਕਨ ਮੈਮੋਰੀਅਲ ਤੋਂ ਮਾਰਚ ਕਰ ਰਹੇ ਸੀ ਆਈ ਹੈਵ ਅ ਡ੍ਰੀਮ ਦੀ ਉਹਨਾਂ ਦੀ ਸਪੀਚ ਦੇ ਨਾਲ। ਔਰ 45 ਸਾਲ ਦੇ ਵਿੱਚ ਉਹ ਡ੍ਰੀਮ ਸੱਚਮੁੱਚ ਟਰੂ ਸਾਬਤ ਹੁੰਦਾ ਹੈ ਜਦੋਂ ਕਿ ਵਾਈਟ ਹਾਊਸ ਦੇ ਵਿੱਚ ਉਹ ਲੋਕ ਜਿਨ੍ਹਾਂ ਨੂੰ ਮੁੱਢਲੇ ਅਧਿਕਾਰ ਨਹੀਂ ਸਨ, ਸੈਗਰੀਗੇਟਡ ਸਨ, ਜਿਨ੍ਹਾਂ ਨੂੰ ਬਿਲਕੁਲ ਸਕੂਲਾਂ ਦੇ ਵਿੱਚ ਜਿਨ੍ਹਾਂ ਦੇ ਬੱਚੇ ਨਹੀਂ ਸੀ ਪੜ੍ਹ ਸਕਦੇ, ਗਰੀਬੀ ਨਾਲ ਘੁਲਦੇ ਸੀ, ਉਹਨਾਂ ਦਾ ਇੱਕ ਬੱਚਾ ਜਿਹੜਾ ਕਿ ਜਿਹੜਾ ਪ੍ਰੈਜ਼ੀਡੈਂਟ ਓਬਾਮਾ ਬਣ ਕੇ ਵਾਈਟ ਹਾਊਸ ਦੇ ਵਿੱਚ ਪਹੁੰਚਦੇ। ਸੋ ਉਹ ਜਿਹੜਾ ਡ੍ਰੀਮ 45 ਸਾਲ ਪਹਿਲਾਂ ਜਿਸ ਦਾ ਜ਼ਿਕਰ ਮਾਰਟਨ ਲੂਥਰ ਕਿੰਗ ਨੇ ਵਾਸ਼ਿੰਗਟਨ 'ਚ 2.5 ਲੱਖ ਲੋਕਾਂ ਦੇ ਮਾਰਚ ਨਾਲ ਕੀਤਾ ਸੀ, ਉਹ ਇੱਕ ਟਰੂ ਜਿਹੜਾ ਹੈ ਉਹ ਡ੍ਰੀਮ ਹੋਇਆ। ਔਰ ਇੱਕ ਗੱਲ ਜਿਹੜੀ ਉਹਨਾਂ ਦੀ ਕੋਟ ਅਕਸਰ ਮੈਨੂੰ ਇਨਸਪਾਇਰ ਕਰਦੀ ਹੈ, ਉਹਦੇ 'ਚ ਉਹਨਾਂ ਨੇ ਆਈ ਹੈਵ ਅ ਡ੍ਰੀਮ ਸਪੀਚ 'ਚ ਕਿਹਾ ਸੀ ਵੀ ਰਿਫਿਊਜ਼ ਟੂ ਬਿਲੀਵ that bank of justice is bankrupt। ਕਿ ਅਸੀਂ ਇਹ ਮੰਨਣ ਤੋਂ ਇਨਕਾਰੀ ਹੈ ਕਿ ਜਿੱਥੇ ਜਿਹੜਾ ਇਨਸਾਫ ਦਾ ਬੈਂਕ ਹੈ ਉਸ ਦਾ ਦਿਵਾਲੀਆ ਨਿਕਲਿਆ ਹੋਇਆ। ਮਤਲਬ ਇਹ ਹੈ ਕਿ ਅਸੀਂ ਜਸਟਿਸ ਦੇ ਲਈ ਤੁਰਾਂਗੇ, ਅਸੀਂ ਤੁਰੇ ਹਾਂ ਔਰ ਅਸੀਂ ਇਹ ਜਸਟਿਸ ਲੈ ਕੇ ਹੀ ਰਵਾਂਗੇ। ਔਰ ਇਹ ਸਾਰੀ ਸਟਰਗਲ ਜਿਸ ਦੀ ਸ਼ੁਰੂਆਤ ਬਰਮਿੰਘਮ ਐਲਾਬਾਮਾ ਦੇ ਵਿੱਚ ਹੁੰਦੀ ਹੈ, ਰੋਜ਼ਾ ਪਾਰਕ ਦਾ ਮੈਂ ਜ਼ਿਕਰ ਕੀਤਾ ਜਦੋਂ ਉਹਨਾਂ ਨੇ ਮੁੱਢਲੇ ਹੱਕਾਂ ਦੇ ਲਈ ਬੱਸਾਂ 'ਚ ਸਾਰੇ ਲੋਕ ਬਰਾਬਰ ਦਾ ਟਰੈਵਲ ਕਰ ਸਕਣ ਮਾਰਚ ਕੀਤਾ। ਤੇ ਰੇਸਿਸਟ ਟੂ ਸਿਟੀ ਕਾਉਂਸਲ ਸੀ, ਉਹਨਾਂ ਨੇ ਜਿਹੜੇ ਕੁੱਤੇ ਨੇ ਭੀੜ ਦੇ ਉੱਤੇ ਛੱਡੇ ਜਿਨ੍ਹਾਂ 'ਚ ਬੱਚੇ ਔਰਤਾਂ ਸਨ, ਵੱਡੀਆਂ ਵੱਡੀਆਂ ਵਾਟਰ ਕੈਨਨਸ ਜਿਹੜੀਆਂ ਉਹਨਾਂ ਦੇ ਨਾਲ ਉਹਨਾਂ ਦੇ ਉੱਤੇ ਅਟੈਕ ਕੀਤਾ। ਲੇਕਿਨ ਮਜ਼ਬੂਤੀ ਦੇ ਨਾਲ ਇਹ ਜਿਹੜਾ ਮਾਰਚ ਸੀ ਮਾਰਟਨ ਲੂਥਰ ਕਿੰਗ ਨੇ ਜਿਹੜਾ ਦਿੱਤਾ ਕਿ ਭਾਈ ਅਸੀਂ ਹੁਣ ਜਸਟਿਸ ਲੈਣੇ, ਇਹ ਬਰਾਬਰ ਜਾਰੀ ਰਿਹਾ। ਔਰ ਇਸ ਦਾ ਹੀ ਨਤੀਜਾ ਸੀ ਕਿ ਬੇਸ਼ੱਕ ਇਸ ਦੌਰਾਨ ਕਈ ਥਾਂ ਕਾਲਿਆਂ ਤੇ ਹਮਲੇ ਹੁੰਦੇ ਰਹੇ, ਕੂ ਕਲੈਕਸ ਕਲੈਨ ਨੇ ਆਪਣਾ ਜਿਹੜਾ ਉਹ ਨਫ਼ਰਤ ਦਾ ਪਾਠ ਜਾਰੀ ਰੱਖਿਆ। ਲੇਕਿਨ ਇਹਦੇ ਬਾਵਜੂਦ ਜਿਹੜਾ ਫਾਈਨਲੀ ਅਮਰੀਕਾ ਦੇ ਵਿੱਚ ਸਿਵਲ ਰਾਈਟਸ ਐਕਟ 1964 ਦੇ ਵਿੱਚ ਪਾਸ ਹੋਇਆ, ਜਿਹਦੇ ਥੱਲੇ ਬੇਸ਼ੱਕ ਇਸ ਤੋਂ ਪਹਿਲਾਂ 1950 ਚ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਆ ਚੁੱਕੇ ਸਨ ਇਸ ਮੁੱਦਿਆਂ ਦੇ ਉੱਤੇ ਸੈਗਰੀਗੇਸ਼ਨ ਖਤਮ ਕਰਨ ਦੀ ਲਾਈਨ ਥੱਲੇ, ਬਟ ਪੋਲੀਟੀਕਲ ਵਿਲ ਨਹੀਂ ਸੀ। ਸਟੇਟਾਂ ਦੇ ਵਿੱਚ ਇਸ ਕਿਸਮ ਦਾ ਰੇਸਿਜ਼ਮ ਦਾ ਮਾਹੌਲ ਸੀ। ਲੇਕਿਨ ਜਦੋਂ
ਇਹ ਆਈ ਹੈਵ ਏ ਡ੍ਰੀਮ ਸਪੀਚ ਵਾਲਾ ਮਾਰਚ 2.5 ਲੱਖ ਲੋਕਾਂ ਦਾ ਔਰ ਥਾਂ ਤੇ ਸਟਰਗਲ ਸ਼ੁਰੂ ਹੁੰਦੀ ਹੈ ਔਰ ਫਿਰ ਇਸ ਸਾਰੇ ਚੋਂ ਜਿਹੜਾ ਉਹ ਨਾ ਸਿਰਫ ਕਾਲਿਆਂ ਦੀ ਆਜ਼ਾਦੀ ਨਿਕਲਦੀ ਹੈ, ਨਾ ਸਿਰਫ ਬਰਾਕ ਓਬਾਮਾ 45 ਸਾਲ ਬਾਅਦ ਵਾਈਟ ਹਾਊਸ 'ਚ ਪਹੁੰਚਦਾ। ਮੈਂ ਸਮਝਦਾ ਵੀ ਇਹ ਸਾਡੇ ਲਈ ਬਹੁਤ ਵੱਡੀ ਮੋਟੀਵੇਸ਼ਨ ਇੰਸਪੀਰੇਸ਼ਨ ਹੈ। ਔਰ ਇੱਕ ਗੱਲ ਮੈਂ ਜ਼ਰੂਰ ਕਰੈਕਟ ਕਰਨੀ ਚਾਹਾਂਗਾ ਕਿਉਂਕਿ ਮਾਰਟਨ ਲੂਥਰ ਕਿੰਗ 1959 ਦੇ ਵਿੱਚ ਇੰਡੀਆ ਵੀ ਗਏ ਔਰ ਜਦੋਂ ਉਹਨਾਂ ਦੀ ਇੰਸਪੀਰੇਸ਼ਨ ਦੀ ਗੱਲ ਹੁੰਦੀ ਹੈ ਤੇ ਅਕਸਰ ਉਹਨਾਂ ਨੇ ਵੀ ਇਹ ਕਿਹਾ ਔਰ ਇਹ ਸ਼ਾਇਦ ਜਿੰਨੀ ਕੁ ਜਾਣਕਾਰੀ 1959 'ਚ ਪੂਰਾ ਨਹਿਰੂ ਪ੍ਰਾਈਮ ਮਿਨਿਸਟਰ ਸੀ ਔਰ ਪੂਰਾ ਉਹਨਾਂ ਦਾ ਜ਼ੋਰ ਸੀ ਗਾਂਧੀਅਨ ਆਈਡੀਓਲੋਜੀ ਦਾ। ਮਾਰਟਨ ਲੂਥਰ ਕਿੰਗ ਨੂੰ ਵੀ ਲੱਗਦਾ ਸੀ ਕਿ ਵੀ ਮੇਰੀ ਇੰਸਪੀਰੇਸ਼ਨ ਜਿਹੜੀ ਹੈ ਉਹਨਾਂ ਨੇ ਜਿੱਥੇ ਇੱਕ ਪਾਸਿਓ ਪੱਕੇ ਕ੍ਰਿਸਚਨ ਦੇ ਨਾਤੇ ਜੀਸਸ ਕ੍ਰਾਈਸਟ ਤੋਂ ਹੀ ਇਹ ਲੈਂਦੇ ਸੀ ਨਾਨ ਵਾਇਲੈਂਸ ਦੀ ਇੰਸਪੀਰੇਸ਼ਨ ਕਿ ਭਾਈ ਜੇ ਤੁਹਾਡੀ ਇੱਕ ਗੱਲ ਤੇ ਚਪੇੜ ਮਾਰੇ ਤੇ ਦੂਸਰੀ ਉਹਦੇ ਸਾਹਮਣੇ ਕਰ ਦਿਓ। ਪਰ ਉਹ ਮਹਾਤਮਾ ਗਾਂਧੀ ਨੂੰ ਵੀ ਆਪਣੀ ਇੰਸਪੀਰੇਸ਼ਨ ਮੰਨਦੇ ਸੀ ਕਿ ਜੀ ਉਹਨਾਂ ਨੇ ਕਿਵੇਂ ਨਾਨ ਵਾਇਲੈਂਟ ਤਰੀਕੇ ਦੇ ਨਾਲ ਜਿਹੜਾ ਉਹ ਇਸ ਨੂੰ ਤੋੜਿਆ। ਔਰ ਮੈਨੂੰ ਯਾਦ ਹੈ ਕਿ ਡੋਨਲਡ ਪੇਨ ਜਿਹੜੇ ਕਿ ਬਲੈਕ ਕਾਕਸ ਜਿਹੜੀ ਯੂਐਸ ਕਾਂਗਰਸ 'ਚ 35-36 ਮੈਂਬਰ ਸਨ, ਉਹ ਗ੍ਰੈਂਡ ਆਫ ਨਿਊ ਜਰਸੀ ਦੇ ਗੁਰਦੁਆਰਾ ਸਾਹਿਬ 'ਚ ਆਏ। ਉਹਦੇ 'ਚ ਉਹਨਾਂ ਨੇ ਗਾਂਧੀ ਦਾ ਜ਼ਿਕਰ ਵੀ ਕੀਤਾ ਔਰ ਕਾਲਿਆਂ ਦੀ ਮੂਵਮੈਂਟ ਦਾ ਕੀਤਾ। ਔਰ ਮੈਂ ਉਸ ਤੋਂ ਬਾਅਦ ਮੇਰੀ ਸਪੀਚ ਸੀ, ਮੈਂ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਵੀ ਮਿਸ ਇਨਫੋਰਮਡ ਹੋ ਔਰ ਮੈਂ ਵਿਦ ਰਿਸਪੈਕਟ ਇਹ ਕਹਿਣਾ ਚਾਹੁੰਦਾ ਕਿ ਮਾਰਟਨ ਲੂਥਰ ਕਿੰਗ ਵੀ ਇਸ ਮਾਮਲੇ ਦੇ ਵਿੱਚ ਮਿਸ ਇਨਫੋਰਮਡ ਸਨ ਗਾਂਧੀ ਬਾਰੇ ਕਿਉਂਕਿ ਗਾਂਧੀ ਜਿਹੜਾ ਹੈ ਉਹ ਪੱਕਾ ਸਪੋਰਟਰ ਸੀ ਰੇਸਿਜ਼ਮ ਦਾ। ਜਿਸ ਰੇਸਿਜ਼ਮ ਦੇ ਖਿਲਾਫ ਮਾਰਟਨ ਲੂਥਰ ਕਿੰਗ ਨੇ ਇੱਥੇ ਸਟਰਗਲ ਕੀਤੀ ਔਰ ਅੱਜ ਬਰਾਬਰੀ ਦੀ ਅਸੀਂ ਗੱਲ ਕਰਦੇ ਹਾਂ। ਮੈਂ ਕਿਹਾ ਕਿ ਗਾਂਧੀ ਦਾ 18-19 ਸਾਲ ਦਾ ਸਾਊਥ ਅਫਰੀਕਾ ਦਾ ਰਿਕਾਰਡ ਕੱਢ ਲਓ, ਉਹ ਪੱਕਾ ਰੇਸਿਸ ਸੀ ਔਰ ਉਹਦੀ ਜਿਹੜੀ ਸਾਊਥ ਅਫਰੀਕਾ 'ਚ ਸਟਰਗਲ ਸੀ ਉਹ ਇਸ ਗੱਲ ਲਈ ਸੀ ਕਿ ਭਾਈ ਅਸੀਂ ਗੁਜਰਾਤੀ, ਅਸੀਂ ਕਾਲੇ ਨਹੀਂ ਹੈ ਔਰ ਤੁਹਾਡੇ ਜਿਹੜੇ ਕਾਨੂੰਨ ਨੀਗਰੋਸ ਤੇ ਲਾਗੂ ਹੁੰਦੇ ਨੇ ਉਹ ਸਾਡੇ ਤੇ ਲਾਗੂ ਨਹੀਂ ਹੋਣੇ ਚਾਹੀਦੇ। ਸਾਨੂੰ ਜਿਹੜਾ ਇੱਕ ਵੱਖਰੀ ਕੈਟਾਗਰੀ ਦੇ ਵਿੱਚ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਔਰ ਸੋ ਮੇਰਾ ਉਹਨਾਂ ਨੂੰ ਇਹ ਕਹਿਣਾ ਸੀ ਕਿ ਭਾਈ ਇਸ ਗੱਲ ਨੂੰ ਕਰੈਕਟ ਕਰੋ। ਔਰ ਮਾਰਟਨ ਲੂਥਰ ਕਿੰਗ ਵੀ ਇਸ ਮਾਮਲੇ 'ਚ ਮਿਸ ਇਨਫੋਰਮਡ ਸੀ। ਗਾਂਧੀ ਪੱਕਾ ਰੇਸਿਸਟ ਸੀ, ਉਹ ਸਪੋਰਟਰ ਸੀ ਇਸ ਕਿਸਮ ਦੀ ਵਾਈਟ ਸੁਪਰਾਮੇਸੀ ਦਾ ਔਰ ਇਸੇ ਤਰ੍ਹਾਂ ਹੀ ਉਹ ਸਪੋਰਟਰ ਸੀ ਕਾਸਟ ਸਿਸਟਮ ਦਾ ਜਿਹੜਾ ਦੁਨੀਆ 'ਚ ਸਭ ਤੋਂ ਵਰਸਟ ਫਾਰਮ ਆਫ ਸਲੇਵਰੀ ਹੈ। ਗਾਂਧੀ ਨੇ ਕਿਤੇ ਵੀ ਇਹ ਨਹੀਂ ਕਿਹਾ ਵੀ ਬ੍ਰਾਹਮਣ ਤੇ ਛਤਰੀ ਵੈਸ਼ ਸ਼ੂ ਦੇ ਵਰਣ ਵੰਡ ਗਲਤ ਹੈ, ਇਹਨਾਂ ਨੂੰ ਤੋੜੋ ਔਰ ਸਾਰਿਆਂ ਨੂੰ ਬਰਾਬਰੀ ਦੇ ਹੱਕ ਹੋਣ। ਇਸੇ ਤਰ੍ਹਾਂ ਜਿਹੜਾ ਕਾਸਟ ਸਿਸਟਮ ਵਰਸਟ ਫਾਰਮ ਆਫ ਰੇਸਿਜ਼ਮ ਹੈ ਉਹਦਾ ਸਪੋਰਟਰ ਹੈ, ਉਹ ਕਿਸ ਕਿਸਮ ਦੀ ਇੰਸਪੀਰੇਸ਼ਨ ਹੋ ਸਕਦਾ ਹੈ। ਮੈਂ ਜਿਹੜੇ ਉਹਨਾਂ ਦੇ ਕੁਝ ਕੋਟਸ ਜਿਹੜੀਆਂ ਨੇ ਉਹ ਜ਼ਰੂਰ ਦੇਣੇ ਚਾਹੁੰਦਾ ਜਿਵੇਂ ਮਾਰਟਨ ਲੂਥਰ ਕਿੰਗ ਦੇ ਸ਼ਬਦ ਨੇ, The ultimate measure of a man is not where he stands in moments of comfort and convenience, but where he stands at times of challenge and controversy. ਕਿ ਇਹ ਜਿਹੜੀਆਂ ਅਲਟੀਮੇਟ ਕਿਸੇ ਬੰਦੇ ਦੇ ਗੁਣ ਜਾਂ ਪਲ ਯਾਦਗਾਰੀ ਇਹ ਨਹੀਂ ਹੁੰਦੇ ਕਿ ਜਦੋਂ ਉਹ ਆਰਾਮ ਦੇ ਵਿੱਚ ਹੈ ਜਾਂ ਉਹ ਸੁੱਖ ਦੀ ਘੜੀ 'ਚ ਹੈ ਤੇ ਉਹ ਕਿੱਥੇ ਖਲੋਤਾ ਹੈ, ਪਰ ਉਸ ਨੂੰ ਉਦੋਂ ਹੀ ਪਰਖਿਆ ਜਾਏਗਾ ਕਿ ਜਦੋਂ ਉਹਦੇ ਸਾਹਮਣੇ ਚੈਲੰਜ ਸੀ ਔਰ ਉਹਦੇ ਸਾਹਮਣੇ ਵਿਵਾਦ ਸੀ, ਕੰਟਰੋਵਰਸੀ ਸੀ ਤੇ ਉਹਨੇ ਕਿਵੇਂ ਬਿਹੇਵ ਕੀਤਾ, ਉਹ ਕਿੱਥੇ ਖਲੋਤਾ ਹੈ। ਸੋ ਮੈਂ ਸਮਝਦਾ ਵੀ ਇਹ ਸਾਡੀ ਅੱਜ ਦੀ ਸਟਰਗਲ ਲਈ ਵੀ ਔਰ ਸਾਡੇ ਉਹ ਲੋਕ ਜਿਹੜੇ ਭਗੌੜੇ ਨੇ ਖਾਲਿਸਤਾਨ ਦੇ ਮੁੱਦੇ ਤੋਂ, ਜਿਨ੍ਹਾਂ ਨੂੰ ਲੱਗਦਾ 30 ਸਾਲ ਬਹੁਤ ਹੋ ਗਏ, ਕੀ ਬਣਿਆ, ਇੰਨੀ ਪਾਵਰਫੁਲ ਹਕੂਮਤ, ਕਿੱਥੇ ਖਲੋਤੇ ਹੈ। ਸੋ ਮੈਂ ਸਮਝਦਾ ਵੀ ਕੰਫਰਟ ਔਰ ਕਨਵੀਨੀਅੰਸ ਆਪਣੀ ਗੱਲ ਕਰਨੀ ਹੋਰ ਹੈ। ਔਰ ਜਿਹਨੂੰ ਮਿਸਟਰ ਪੇਨ ਨੇ ਜਿਹਨੇ ਕਿ ਕਾਮਨ ਸੈਂਸ ਕਿਤਾਬ 'ਚ ਲਿਖਿਆ ਸੀ, ਜਿਹਨੇ ਕਿਹਾ ਸੀ ਕਿ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ, ਕਿ ਜਦੋਂ ਹਨੇਰੇ ਦਿਨ ਆਉਂਦੇ ਨੇ, ਟਫ ਦਿਨ ਆਉਂਦੇ ਨੇ, ਉਦੋਂ ਜਿਹੜੀ ਹੈ ਰੂਹਾਂ ਦੀ ਪਰਖ ਹੁੰਦੀ ਹੈ। ਸੋ ਮਾਰਟਨ ਲੂਥਰ ਕਿੰਗ ਵੀ ਇਸ ਲਾਈਨ ਦੇ ਉੱਤੇ ਸੋਚਦੇ ਨੇ ਔਰ ਇਸੇ ਤਰ੍ਹਾਂ ਉਹਨਾਂ ਨੇ ਫੇਥ ਬਾਰੇ ਕਿਹਾ, ਫੇਥ is taking the first step even when you don't see the whole staircase, ਕਿ ਭਾਵੇਂ ਤੁਹਾਨੂੰ ਪੌੜੀ ਦਾ ਕੁਝ ਨਹੀਂ ਨਜ਼ਰ ਆ ਰਿਹਾ, ਤੁਸੀਂ ਬਰਾਬਰ ਦੀ ਧਰਾਤਲ ਦੇ ਉੱਤੇ ਖੜੇ ਹੋ, ਪਰ ਤੁਹਾਡਾ ਫੇਥ ਹੈ ਕਿ ਅਸੀਂ ਉੱਪਰ ਜਾਣਾ ਹੈ ਤੇ ਭਾਵੇਂ ਤੁਸੀਂ ਈਵਨ ਅਪ ਨਹੀਂ ਜਾ ਰਹੇ, ਤੁਸੀਂ ਕੋਈ ਪੌੜੀ ਦੇ ਉਤਲੇ ਡੰਡੇ ਤੇ ਪੈਰ ਨਹੀਂ ਰੱਖਿਆ, ਇਹ ਤੁਹਾਡੇ 'ਚ ਫੇਥ ਹੈ ਔਰ ਫੇਥ ਨਾਲ ਤੁਸੀਂ ਇੱਕ ਕਦਮ ਈਵਨ ਅੱਗੇ ਨੂੰ ਵਧਾਉਂਦੇ ਹੋ ਤੇ ਤੁਸੀਂ ਜਿਹੜਾ ਆਪਣੀ ਮੰਜ਼ਿਲ ਵਾਲੀ ਤੁਰ ਰਹੇ ਹੋ। ਇਸੇ ਤਰ੍ਹਾਂ ਉਹਨਾਂ ਦੀ ਕੋਟ ਹੈ, our lives begin to end the day we become silent about things that matter, ਕਿ ਸਾਡੀ ਜ਼ਿੰਦਗੀ our lives begin to end the day,
ਉਦੋਂ ਸਮਝੋ ਵੀ ਤੁਹਾਡੇ ਜੀਵਨ ਦਾ ਅੰਤ ਹੋ ਗਿਆ ਹੈ। ਜਦੋਂ ਜਿਹੜੀਆਂ ਚੀਜ਼ਾਂ ਤੁਹਾਡੇ ਸਾਹਮਣੇ ਨੇ ਉਹਨਾਂ ਬਾਰੇ ਤੁਸੀਂ ਕੁਝ ਵੀ ਕਹਿਣ ਤੋਂ ਇਨਕਾਰੀ ਹੁੰਦੇ ਹੋ ਜਾਂ ਤੁਸੀਂ ਚੁੱਪ ਕਰ ਜਾਂਦੇ ਹੋ। ਸੋ ਮੈਂ ਸਮਝਦਾ ਵੀ ਇਹ ਉਹ ਮੈਸੇਜ ਹੈ ਗੁਰੂ ਨਾਨਕ ਸਾਹਿਬ ਨੇ ਜਦੋਂ ਸੱਚ ਸੁਣਾਏ ਸੀ, ਸੱਚ ਕੀ ਬੇਲਾ ਦੇ ਨਾਲ ਹਰ ਸਿੱਖ ਦੀ ਉਹ ਪ੍ਰੋਗਰਾਮਿੰਗ ਕੀਤੀ ਕਿ ਭਾਈ ਜਿੱਥੇ ਜ਼ੁਲਮ ਹੁੰਦਾ ਉੱਥੇ ਖਲੋਣਾ ਹੀ ਮਰਦਾਨਗੀ ਹੈ। ਔਰ ਇਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਸੀ, ਭੈ ਕਾਹੂ ਕੋ ਦੇਤ ਨੇ ਮੈਂ ਭੈ ਮਾਨਤ ਆਨ ਕਹ ਨਾਨਕ ਇਹ ਜਗਤ ਮੈਂ ਗਿਆਨੀ ਤਾਹੇ ਬਖਾਨ। ਕਿ ਗਿਆਨਵਾਨ ਕਹਾਣ ਦਾ ਹੱਕ ਉਹਨੂੰ ਹੀ ਹੈ ਜਿਹੜਾ ਨਾ ਡਰ ਦਿੰਦਾ ਨਾ ਡਰ ਮੰਨਦਾ। ਔਰ ਇਸ ਗੱਲ ਨੂੰ ਮਾਰਟਨ ਲੂਥਰ ਕਿੰਗ ਆਪਣੇ ਸ਼ਬਦਾਂ 'ਚ ਕਹਿੰਦੇ, our lives begin to end the day we become silent about things that matter। ਸੋ ਮੈਂ ਅੱਜ ਦਾ ਦਿਨ ਜਿਹੜਾ ਹੈ ਇਸ ਮਹਾਨ ਹੀਰੋ ਨੂੰ, ਔਰ ਮੈਂ ਇੱਕ ਗੱਲ ਕਨਕਲੂਜਨ 'ਚ ਕਹਾਂ ਕਿ ਜਦੋਂ ਮਾਰਟਨ ਲੂਥਰ ਕਿੰਗ ਸਿਵਲ ਲਿਬਰਟੀ ਮੂਵਮੈਂਟ ਔਰ ਇਹਨਾਂ ਸਾਰਿਆਂ ਨੂੰ ਲੀਡ ਕਰ ਰਹੇ ਸੀ, ਤੇ ਉਹੀ ਪੀਰੀਅਡ ਸੀ ਕਿ ਅਮਰੀਕਾ ਦੇ ਵਿੱਚ ਮੈਲਕਮ ਐਕਸ ਨਾਂ ਦਾ ਇਹਨਾਂ ਦਾ ਹੀ ਯੋਧਾ ਅਫਰੀਕਨ ਅਮਰੀਕਨਸ ਦਾ ਜਿਹੜਾ ਵੰਗਾਰ ਰਿਹਾ ਸੀ ਗੋਰਿਆਂ ਨੂੰ, ਜਿਹਨੇ ਪੈਂਥਰਸ ਪਾਰਟੀ ਬਣਾਈ, ਜਿਹੜਾ ਚੈਲੰਜਿੰਗ ਸੀ। ਔਰ ਅਕਸਰ ਜਦੋਂ ਮਾਰਟਨ ਲੂਥਰ ਕਿੰਗ ਜਾਂ ਮੈਲਕਮ ਐਕਸ ਦੀ ਗੱਲ ਹੁੰਦੀ ਹੈ ਤੇ ਮੈਲਕਮ ਐਕਸ ਇਹ ਗੱਲ ਮਾਰਟਨ ਲੂਥਰ ਕਿੰਗ ਤੱਕ ਪਹੁੰਚਾਉਂਦਾ ਸੀ ਕਿ ਇਹ ਨਾ ਸਮਝ ਕੇ ਤੇਰੀਆਂ ਗੱਲਾਂ ਕਰਕੇ ਇੱਥੇ ਤੁਹਾਨੂੰ ਕੰਸੈਸ਼ਨ ਮਿਲ ਰਹੇ ਨੇ, ਜੇ ਸਾਡਾ ਡਰ ਨਾ ਹੋਏ ਕਿ ਭਾਈ ਹੁਣ ਕਾਲਿਆਂ ਨੇ ਹਥਿਆਰ ਚੁੱਕ ਲੈਣੇ ਨੇ ਜਾਂ ਇਹ ਸਾਨੂੰ ਵੰਗਾਰ ਰਹੇ ਨੇ ਤਾਂ ਫਿਰ ਤੁਹਾਡੀ ਗੱਲ ਵੀ ਕੋਈ ਧਿਆਨ ਨਾਲ ਨਾ ਸੁਣੇ। ਔਰ ਅਕਸਰ ਮੈਲਕਮ ਐਕਸ ਨੂੰ ਐਡਰੈਸ ਕਰਦੇ ਆ। ਇੱਕ ਵਾਰ ਜਿਸ ਅਫਰੀਕਨ ਅਮਰੀਕਨ ਨੇ ਸੰਤ ਭਿੰਡਰਾਂਵਾਲਿਆਂ ਬਾਰੇ ਪੜ੍ਹਿਆ ਸੀ ਤੇ ਉਹ ਮੈਲਕਮ ਐਕਸ ਦਾ ਜ਼ਿਕਰ ਕਰਦੇ ਕਹਿਣ ਲੱਗੇ ਕਿ ਹੀ ਵਾਸ ਭਿੰਡਰਾਂਵਾਲੇ ਆਫ ਆਵਰ ਅਫਰੀਕਨ ਅਮਰੀਕਨ। ਸੋ ਮੈਂ ਸਮਝਦਾ ਵੀ ਇਸ ਸਟਰਗਲ ਦੇ ਵਿੱਚ ਜਿੱਥੇ ਅਸੀਂ ਮਾਰਟਨ ਲੂਥਰ ਕਿੰਗ ਔਰ ਬਾਕੀ ਉਹ ਲੋਕ ਵੀ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਿਵਲ ਲਿਬਰਟੀ ਮੂਵਮੈਂਟ ਮਾਰਟਨ ਲੂਥਰ ਕਿੰਗ ਦੀ ਜਾਂ ਆਈ ਹੈਵ ਏ ਡ੍ਰੀਮ ਦਾ ਜਿਹੜਾ ਮੈਂ ਜ਼ਿਕਰ ਕੀਤਾ ਉਹ ਮੈਂ ਕਿਸੇ ਵੇਲੇ ਵੇਰਵੇ 'ਚ ਇੱਕ ਐਕਸਕਲੂਸਿਵ ਸੈਗਮੈਂਟ ਇਸ ਸਪੀਚ ਦੇ ਉੱਤੇ ਕਰਾਂਗਾ ਕਿਉਂਕਿ ਮੇਰੇ ਲਈ ਉਹ ਬੜੀ ਇੰਸਪਾਇਰਿੰਗ ਸਪੀਚ ਹੈ। ਪਰ ਉਸ ਸਾਰੇ ਦੇ ਵਿੱਚ ਬਹੁਤ ਵੱਡਾ ਰੋਲ ਦੂਸਰੇ ਧਰਮਾਂ ਦੇ ਲੋਕ ਵੀ, ਜਿਹਦੇ 'ਚ ਕ੍ਰਿਸਚੀਅਨਸ, ਕੈਥੋਲਿਕ ਔਰ ਖਾਸ ਤੌਰ ਤੇ ਜੂਇਸ਼ ਆਰਗੇਨਾਈਜੇਸ਼ਨ ਜਿਹੜੀਆਂ ਕਿ ਅੱਜ ਸਿਵਲ ਲਿਬਰਟੀਜ਼ ਦੇ ਲਈ ਵੀ ਜਿਹੜੀਆਂ ਝੰਡਾ ਬਰਦਾਰ ਨੇ, ਉਹਨਾਂ ਨੇ ਸਭ ਨੇ ਇੱਕ ਦੂਸਰੇ ਦਾ ਹੱਥ ਫੜ ਕੇ 2.5 ਲੱਖ ਲੋਕਾਂ ਨੇ ਵਾਸ਼ਿੰਗਟਨ 'ਚ ਮਾਰਚ ਕਰਕੇ ਇਹ ਦੱਸਿਆ ਸੀ ਕਿ ਹੁਣ ਵਕਤ ਆ ਗਿਆ ਜਦੋਂ ਕਿ ਇਹ ਡਿਸਕ੍ਰਿਮੀਨੇਸ਼ਨ ਖਤਮ ਹੋਣੀ ਚਾਹੀਦੀ ਹੈ, ਹੁਣ ਸਭ ਨੂੰ ਬਰਾਬਰੀ ਦੇ ਹੱਕ ਹੋਣੇ ਚਾਹੀਦੇ ਨੇ। ਸਾਡੇ ਬੱਚੇ ਬੱਚੀਆਂ ਸਕੂਲਾਂ ਦੇ ਵਿੱਚ ਇਕੱਠੇ ਜਾਣ, ਇਕੱਠੇ ਬੱਸਾਂ 'ਚ ਟਰੈਵਲ ਕਰਨ, ਗੱਡੀਆਂ 'ਚ ਕਰਨ, ਬਰਾਬਰ ਵੋਟਰ ਰਜਿਸਟਰ ਹੋਣ। ਔਰ ਇਸ ਸੁਸਾਇਟੀ ਦੇ ਵਿੱਚ ਜਿਹੜਾ ਡ੍ਰੀਮ ਸਾਡੇ ਫਾਊਂਡਿੰਗ ਫਾਦਰਸ ਦਾ ਸੀ, ਭਾਵੇਂ ਉਹਨੂੰ ਅਸੀਂ ਇੰਪਲੀਮੈਂਟ ਨਹੀਂ ਕਰ ਸਕੇ, ਉਹਨੂੰ ਇੰਪਲੀਮੈਂਟ ਕਰੀਏ। ਸੋ ਮੈਂ ਸਮਝਦਾ ਕਿ ਅੱਜ ਜਦੋਂ ਕਿ ਹੁਣ ਆਲਮੋਸਟ 8ਵਾਂ ਸਾਲ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਕੰਪਲੀਟ ਕੀਤਾ ਆਪਣੀ ਪ੍ਰੈਜ਼ੀਡੈਂਸੀ ਦਾ, 45 ਸਾਲ ਦੇ ਵਿੱਚ ਉਸ ਡ੍ਰੀਮ ਦਾ ਸੱਚਾਈ ਵਿੱਚ ਬਦਲਣਾ ਇਹ ਅਮਰੀਕਨ ਹਿਸਟਰੀ ਦਾ ਮੌਜੂਜ਼ਾ ਹੈ। ਔਰ ਅਸੀਂ ਸਿੱਖ ਹੋਣ ਦੇ ਨਾਤੇ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਡ੍ਰੀਮ ਵੀ ਉਸ ਧਰਤੀ ਦੇ ਉੱਤੇ ਆਪਣੇ ਆਜ਼ਾਦ ਮੁਲਕ ਦਰਿਆਏ ਜਮਨਾ ਤੋਂ ਵਾਘਾ ਤੱਕ ਖਾਲਿਸਤਾਨ ਦੀ ਸਿਰਜਣਾ ਹੈ, ਖਾਲਿਸਤਾਨ ਨੂੰ ਲਿਬਰੇਟ ਕਰਵਾਉਣਾ ਹੈ। ਔਰ ਜਿਹੜੇ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ, ਆਪਣੇ ਵਜੂਦ ਜਿਹੜੇ ਨੇ ਗੁਰੂ ਚਰਨਾਂ 'ਚ ਭੇਟ ਕੀਤੇ, ਉਹਨਾਂ ਦਾ ਵੀ ਇਹੀ ਡ੍ਰੀਮ ਸੀ। ਔਰ ਜਿਹੜੇ ਅੱਜ ਜੂਝ ਰਹੇ ਨੇ ਉਹ ਭਾਈ ਜਗਤਾਰ ਸਿੰਘ ਹਵਾਰਾ ਹੋਣ, ਭਾਈ ਜਗਤਾਰ ਸਿੰਘ ਤਾਰਾ ਹੋਣ ਔਰ ਸੈਂਕੜਿਆਂ ਹੋਰ ਜੇਲ੍ਹਾਂ 'ਚ ਬੰਦ ਸਿੰਘ ਸਿੰਘਣੀਆਂ, ਔਰ ਜਿਹੜੇ ਉਸ ਧਰਤੀ ਤੇ ਔਰ ਬਾਹਰ ਡਾਇਸਪੋਰਾ ਦੇ ਵਿੱਚ ਆਜ਼ਾਦੀ ਦਾ ਝੰਡਾ ਚੁੱਕ ਕੇ ਖਲੋਤੇ ਨੇ, ਉਹਨਾਂ ਦਾ ਵੀ ਇਹ ਡ੍ਰੀਮ ਹੈ ਕਿ ਅਸੀਂ ਇਸ ਧਰਤੀ ਦੇ ਉੱਤੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਕਾਇਮ ਕਰਨਾ। ਔਰ ਇਹ ਅਲਟੀਮੇਟਲੀ ਟਰੂਥ ਹੋਏਗਾ ਕਿਉਂਕਿ ਅਲਟੀਮੇਟਲੀ ਇਹ ਤੁਹਾਡਾ ਫੇਥ ਐਂਡ ਯੂ ਵਿਨ ਇਟ ਦਾ ਸੰਕਲਪ ਔਰ ਨਿਸ਼ਚੈ ਕਰ ਆਪਣੀ ਜੀਤ ਕਰੋ ਦਾ ਗੁਰੂ ਦਾ ਸਾਨੂੰ ਦਿੱਤਾ ਆਸ਼ਾ, ਆਦੇਸ਼, ਸਲੋਗਨ, ਨਿਸ਼ਾਨਾ, ਡਿਟਰਮੀਨੇਸ਼ਨ, ਇਹ ਅਲਟੀਮੇਟਲੀ ਸਾਨੂੰ ਵੀ ਵਿਕਟਰੀ ਤੱਕ ਲੈ ਜਾਏਗੀ। ਔਰ ਇਹ ਆਈ ਹੈਵ ਅ ਡ੍ਰੀਮ ਜਿਸ ਚੋਂ ਫਿਰ ਆਈ ਸ਼ੈਲ ਓਵਰਕਮ ਨਿਕਲਿਆ ਸੀ। ਔਰ ਫਿਰ ਭਾਰਤੀ ਰੇਡੀਓ ਵਾਲਿਆਂ ਨੇ ਵੀ ਉਹ ਟਿਊਨਾਂ ਬਣਾਈਆਂ ਸੀ ਕਿ ਹਮ ਹੋਂਗੇ ਕਾਮਯਾਬ, ਹਮ ਹੋਂਗੇ ਕਾਮਯਾਬ ਇੱਕ ਦਿਨ। ਸੋ ਇਹ ਸਾਡਾ ਵੀ ਇੱਕ ਦਿਨ ਜਿਹੜਾ ਆਏਗਾ ਪਰ ਅਸੀਂ ਉਸ ਧਰਤੀ ਦੇ ਉੱਤੇ ਖਾਲਿਸਤਾਨ ਲਿਬਰੇਟ ਕਰਵਾਵਾਂਗੇ। ਸੋ ਅੱਜ ਦਾ ਇਹ ਸਾਰਾ ਪ੍ਰੋਗਰਾਮ
ਅਸੀਂ ਇਸ ਬਹਾਦਰ ਰੂਹ ਮਾਰਟਨ ਲੂਥਰ ਕਿੰਗ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਬਿਲਕੁਲ। ਇਸ ਨਾਲ ਨੇ ਬ੍ਰੇਕ